ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਖੰਡਰਾਂ ਉੱਤੇ ਉਸਾਰੀ ਦਾ ਅਖੀਰਲਾ ਭਾਗ। ਲੱਖਣੀ ਨੇ ਹਿਸਾਬ ਦਾ ਥੱਲਾ ਫੇਰ ਵੀ ਨੰਗਾ ਨਾ ਹੋਣ ਦਿੱਤਾ। ਨਾ ਹਿਸਾਬ ਦੀ ਕੋਈ ਚਿੰਤਾ ਲਿਖਾਰੀ ਨੂੰ ਛੋਹ ਸਕੀ। ਕਾਂਡ ਉੱਤੇ ਕਾਂਡ ਨਵੀਂ ਕਿਤਾਬ ਦਾ ਮੁੱਕਦਾ ਗਿਆ। ਰੋਜ਼ ਰਾਤੀਓਂ ਸੁਣਾਉਂਦਾ ਤੇ ਲੱਥਣੀ ਆਪ ਮੁਹਾਰੇ ਕਹਿੰਦੀ, ਸੱਚ ਹੀ ਆਖਦੇ ਸੋ। ਨਿਰਵਾਣ, ਮੁਕਤੀ, ਕੌਮ, ਧਰਮ ਸਭ ਤਰਲੇ ਨੇ ਆਪੇ ਤੋਂ ਭੁੱਲੇ ਇਨਸਾਨ ਦੇ। ਇੱਕ ਵੱਡੋਂ ਹੂੰਝ ਕੇ ਸੁੱਟਣ ਵਾਲੇ ਅਸਲ ਕੰਮ ਸੀ ਜ਼ਿੰਦਗੀ ਦੀ ਪਲੇਗ ਦਾ ਗਿਆਨ। ਖੁੱਲ੍ਹੇ ਮੁਕਾਬਲੇ 'ਚ ਸ਼ਖਸੀ ਯੋਗਤਾ ਅਨੁਸਾਰ ਦੌਲਤ ਕਮਾਉਣ ਦਾ ਪਾਖੰਡ। ਇਸ ਪਾਖੰਡ ਨੂੰ ਜਮਹੂਰੀਅਤ ਆਖ ਕੇ ਗਿਣਤੀ ਦੇ ਚਿੱਟ ਕੱਪੜੀਆਂ ਨੇ ਬਹੁਤਿਆਂ ਦੀ ਕਮਾਈ ਉਧਾੜ ਲਈ। ਇਸ ਪਲੇਗ ਦਾ ਟੀਕਾ ਆਜ਼ਾਦ ਹੋ ਗਿਆ ਹੈ। ਉਹ ਕੀ? ਲੱਖਣੀ ਦਾ ਸ਼ੌਕ ਚਮਕਿਆ। ਦੌਲਤ ਪੈਦਾ ਕਰਨ ਵਾਲਿਆਂ ਦੀ ਜੰਗਜੂ ਜਥੇਬੰਦੀ। ਲਿਖਾਰੀ ਨੇ ਮੁੱਕਾ ਵੱਟ ਕੇ ਆਖਿਆ। ਦਿਨ ਦਾ ਲਿਖਿਆ ਪੜ੍ਹਨ ਬਾਅਦ ਜਦੋਂ ਗੱਲਬਾਤ ਮੁੱਕ ਜਾਂਦੀ ਤਾਂ ਲਿਖਾਰੀ ਲੱਖਣੀ ਨੂੰ ਉਹਦੇ ਕਮਰੇ 'ਚ ਪਹੁੰਚਾ ਕੇ ਹੱਥ ਇਹੋ ਜਿਹੇ ਅੰਦਾਜ਼ ਨਾਲ ਚੁੰਮ ਕੇ ਮੁੜ ਆਉਂਦਾ ਕਿ ਕਿੰਨਾ ਚਿਰ ਲੱਖਣੀ ਉਸ ਅੰਦਾਜ਼ ਨੂੰ ਸੋਚਦੀ ਤੇ ਫਿਰ ਸੁਪਨੇ 'ਚ ਵੇਖਦੀ ਕਿ ਉਹਦੇ ਆਪਣੇ ਕੇਸ ਚਿੱਟੇ ਹੋ ਗਏ ਤੇ ਉਹ ਲਿਖਾਰੀ ਦੀ ਹਾਨਣ ਬਣ ਗਈ ਸੀ। ਕਿਤਾਬ ਦੀ ਸਿਰਫ ਸੁਧਾਈ ਕਿਤੇ ਬਾਕੀ ਰਹਿ ਗਈ। ਹੁਣ ਲਿਖਾਰੀ ਲੱਖਣੀ ਨਾਲ ਆਪਣੀ ਰਾਤ ਦੀ ਬੈਠਕ ਲੰਮੀ ਕਰਦਾ ਜਾਂਦਾ ਸੀ। ਸ਼ਾਇਦ ਇਸ ਖਿਆਲੋਂ ਕਿ ਕਿਤਾਬ ਮੁੱਕਣ ਨਾਲ ਲੱਖਣੀ ਦਾ ਇਕਰਾਰ ਵੀ ਮੁੱਕ ਜਾਏਗਾ ਤੇ ਉਹਦੇ ਕੋਲ ਬਹਿਣ ਦਾ ਹੱਕ ਉਹਨੂੰ ਓਨਾ ਚਿਰ ਹੀ ਸੀ ਜਿੰਨਾ ਚਿਰ ਜਾਗਣ ਲਈ ਕੋਈ ਦਲੀਲ ਸਾਹਮਣੇ ਹੈ ਸੀ। ਸੁਧਾਈ ਵੀ ਆਖਰ ਮੁੱਕ ਗਈ। ਕੱਲ੍ਹ ਲਿਖਾਰੀ ਨੇ ਪਬਲਿਸ਼ਰ ਕੋਲ ਜਾਣਾ ਸੀ। ਲੱਖਣੀ ਉਹਦੇ ਜੀਵਨ ਦਾ ਹਿੱਸਾ ਬਣ ਗਈ ਸੀ, ਪਰ ਸੀ ਉਹ ਸਿਰਫ ਧਰਮ 'ਚ ਉਹਦੀ ਪਤਨੀ। ਧਰਮ ਹੁਣ ਨਿਭਾ ਚੁੱਕੀ ਸੀ। ਅੱਗੋਂ ਲਈ ਉਹ ਕੀਕਰ ਪੁੱਛੇ ਤੇ ਕਿਉਂ ਉਹਦੀ ਜਵਾਨੀ ਨੂੰ ਆਪਣੇ ਚਿੱਟੇ ਵਾਲਾਂ ਨਾਲ ਬੰਨ੍ਹ ਕੇ ਰੱਖੇ। ਕਿੰਨੀ ਵਾਰ ਮਨ 'ਚ ਕੁਝ ਆਇਆ ਪਰ ਬੁੱਲ੍ਹਾਂ ਤੋਂ ਪਾਰ ਨਾ ਹੋ ਸਕਿਆ। ਉਫ ਲੱਖਣੀਏ, ਤੂੰ ਆਪ ਕਿਉਂ ਨਹੀਂ ਕੁਝ ਕਹਿੰਦੀ? ਉਹ ਸੁੱਤਾ ਬਰੜਾ ਉੱਠਦਾ। ਉਦਣ ਅੱਧੀ ਰਾਤ ਤੱਕ ਉਸ ਗੱਲਾਂ ਲਮਕਾਈਆਂ, ਪਰ ਗੱਲਾਂ ਵੀ ਉੜਕ ਥੱਕ ਗਈਆਂ ਤੇ ਉਹ ਲੱਖਣੀ ਨੂੰ ਕਮਰੇ 'ਚ ਪਹੁੰਚਾਉਣ ਲਈ ਉੱਠਿਆ। ਅੱਜ ਪਹਿਲੀ ਵਾਰੀ ਉਹਦਾ ਕਦਮ ਲੱਖਣੀ ਦੇ ਕਮਰੇ 'ਚੋਂ ਬਾਹਰ ਨਿਕਲਦਾ ਨਹੀਂ ਸੀ। ਲੱਖਣੀ ਨੇ ਮੰਜੇ 'ਤੇ ਬਿਠਾ ਲਿਆ। ਲੱਖਣੀ, ਤੂੰ ਮੈਨੂੰ ਆਪਣੀ ਅਗਲੀ ਤਜਵੀਜ਼ ਨਹੀਂ ਦੱਸੀ। ਕਈ ਸਕਿੰਟਾਂ ਦੀ ਚੁੱਪ ਤੋੜਨ ਦਾ ਹੀਆ ਉਸ ਕੀਤਾ। ਜਦੋਂ ਤੁਸੀਂ ਮੈਨੂੰ ਵਿਦਾ ਕਰ ਦਿਓਗੇ ਮੈਂ ਕਾਨਪੁਰ ਆਪਣੀ ਮਾਸੀ ਕੋਲ ਜਾਵਾਂਗੀ। ਇਹਨਾਂ ਲਫ਼ਜ਼ਾਂ ਨਾਲ ਲਿਖਾਰੀ ਦਾ ਮੂੰਹ ਨਿੱਕਾ ਜਿਹਾ ਹੋ ਗਿਆ। ਪਰ ਜੇ ਦਿਨ ਹੁੰਦਾ ਤਾਂ ਲਿਖਾਰੀ ਦੇ ਸਵਾਲ ਨਾਲ ਲੱਖਣੀ ਦਾ ਨਿੱਕਾ ਹੋਇਆ ਮੂੰਹ ਵੀ ਦਿਸ ਪੈਣਾ ਸੀ। ਜੋ ਕਹਿਣਾ ਚਾਹੁੰਦੇ ਸਨ ਦੋਵੇਂ ਨਾ ਕਹਿ ਸਕੇ ਤੇ ਜੋ ਨਹੀਂ ਸਨ ਕਹਿਣਾ ਚਾਹੁੰਦੇ ਉਹੀ ਮੂੰਹੋਂ ਨਿਕਲਦਾ ਗਿਆ। ਕਿੰਨਾ ਚਿਰ ਚੁੱਪ ਬੈਠੇ ਕਿਸੇ ਤਲਿਸਮੀ ਲਫ਼ਜ਼ ਨੂੰ ਭਾਲਦੇ ਰਹੇ, ਪਰ ਲਫ਼ਜ਼ਾਂ ਦੇ ਦੋਵੇਂ ਜਾਦੂਗਰ ਆਪਣੀ ਤਕਦੀਰ ਲਈ ਕੋਈ ਜਾਦੂ ਨਾ ਲੱਭ ਸਕੇ। ਹੱਥ ਚੁੰਮ ਕੇ ਵਿਛੜ ਜਾਣ ਦੇ ਸਿਵਾ ਕੋਈ ਚਾਰਾ ਨਾ ਰਹਿ ਗਿਆ। ਅੱਗੇ ਜਦੋਂ ਲਿਖਾਰੀ ਆਪਣੇ ਕਮਰੇ 'ਚ ਪਹੁੰਚ ਜਾਂਦਾ ਸੀ, ਲੱਖਣੀ ਦੇ ਕਮਰਿਓਂ ਚਿਟਕਣੀ ਲੱਗਣ ਦੀ ਆਵਾਜ਼ ਆਉਂਦੀ ਸੀ। ਉਦੋਂ ਲਿਖਾਰੀ ਵੀ ਆਪਣੀ ਚਿਟਕਣੀ ਲਾ ਦਿੰਦਾ ਸੀ। ਅੱਜ ਕਿਤੋਂ ਵੀ ਚਿਟਕਣੀ ਲੱਗਣ ਦਾ ਖੜਾਕ ਨਾ ਹੋਇਆ। 2 ਵਜੇ ਦੇ ਕਰੀਬ ਲਿਖਾਰੀ ਦੀ ਬੇਮੁਹਾਰੀ ਬੇਹੱਦ ਹੋ ਗਈ। 2-4 ਦਿਨਾਂ ਨੂੰ ਲੱਖਣੀ ਦਾ ਕਮਰਾ ਖਾਲੀ ਹੋ ਜਾਏਗਾ। ਜਾਪਿਆ ਜਿਕਰ ਦੁਨੀਆ ਖਾਲੀ ਹੋ ਜਾਏਗੀ। ਉੱਠਿਆ 2 ਕਦਮ ਪੁੱਟੇ ਖਲੋ ਗਿਆ। ਆਖਰ ਲੱਖਣੀ ਦੇ ਬੂਹੇ ਤੱਕ ਪਹੁੰਚ ਹੀ ਗਿਆ। ਉਂਗਲਾਂ ਬੂਹੇ 'ਤੇ ਧਰੀਆਂ ਅਣਵੱਜਾ ਭਿੱਤ ਸਰਕਿਆ। ਲਿਖਾਰੀ ਦਾ ਦਿਲ ਧੜਕਿਆ। ਮੁੜ ਆਇਆ, ਪਰ ਆਪਣੇ ਕਮਰੇ 'ਚ ਜਾਣ ਦੀ ਥਾਂ ਵਰਾਂਡੇ ਦਾ ਬੂਹਾ ਖੋਲ੍ਹ ਕੇ ਕੁਰਸੀ 'ਤੇ ਬਹਿ ਗਿਆ। 2 ਘੜੀਆਂ ਬਾਅਦ ਫਿਰ ਹੌਸਲਾ ਕੀਤਾ। ਐਤਕੀ ਉਂਗਲਾਂ ਦੇ ਦਬਾਅ ਹੇਠ ਇੱਕ ਭਿੱਤ ਤੇ ਭਿੱਤ ਉਵੇਂ ਹੀ ਢੋ ਕੇ ਉਹ ਵਰਾਂਡੇ 'ਚ ਆ ਬੈਠਾ ਤੇ ਕੋਸ਼ਿਸ਼ ਦੇ ਬਾਵਜੂਦ ਫਿਰ ਲੱਖਣੀ ਵੱਲ ਜਾਣ ਦੀ ਦਲੇਰੀ ਨਾ ਕਰ ਸਕਿਆ। 4 ਵਜੇ ਦੇ ਨੇੜੇ ਉਹ ਆਪਣੇ ਕਮਰੇ 'ਚ ਗਿਆ। ਉਹਦੇ ਬੂਹੇ ਦਾ ਇੱਕ ਭਿੱਤ ਖੁੱਲ੍ਹਾ ਸੀ। ਉਹਦਾ ਖਿਆਲ ਸੀ ਉਹ ਦੋਵੇਂ ਭਿੱਤ ਭੇੜ ਕੇ ਗਿਆ ਸੀ, ਨਹੀਂ ਭੀੜੇ ਹੋਣੇ। ਉਹ ਲੇਟ ਗਿਆ। ਦੂਜੇ ਦਿਨ ਪਬਲਿਸ਼ਰ ਨੂੰ ਮਿਲ ਕੇ ਆਉਣ ਬਾਅਦ ਉਹਨੇ 100 ਦੇ 20 ਨੋਟ ਲੱਖਣੀ ਦੇ ਅੱਗੇ ਕਹਿੰਦਿਆਂ ਰੱਖ ਦਿੱਤੇ, ਤੂੰ ਮੇਰੇ 'ਤੇ ਬੜਾ ਖਰਚ ਕੀਤਾ, ਹੁਣ ਤੈਨੂੰ ਲੋੜਾਂ ਪੈਣਗੀਆਂ। ਲੱਖਣੀ ਨੇ 13 ਨੋਟ ਇਹ ਕਹਿ ਕੇ ਚੁੱਕ ਲਏ, ਮੈਨੂੰ ਲੋੜ ਇੰਨਿਆਂ ਦੀ ਬਿਲਕੁਲ ਨਹੀਂ, ਪਰ ਤੁਹਾਨੂੰ ਆਪਣੇ ਅਹਿਸਾਨ ਹੇਠਾਂ ਰੱਖਣ ਦਾ ਮੈਂ ਹੱਕ ਵੀ ਨਹੀਂ ਰੱਖਦੀ। ਤੇ ਤੇਰੇ ਬਾਅਦ ਲੱਖਣੀਏ ਮੇਰਾ ਘਰ ਕੌਣ ਸਾਂਭੇਗਾ? ਉਹਦਾ ਬੰਦੋਬਸਤ ਮੈਂ ਕਰ ਦਿੱਤਾ ਹੈ। ਤੁਸੀਂ ਮੇਰੇ ਲਈ ਰੁਪਈਏ ਲੱਭ ਰਹੇ ਸੋ, ਮੈਂ ਤੁਹਾਡੇ ਲਈ ਨੌਕਰ ਢੂੰਡ ਰਹੀ ਸਾਂ। ਇੱਕ ਬੜਾ ਹੋਣਹਾਰ ਜਵਾਨ ਕਾਂਗੜੇ ਵੱਲ ਦਾ ਮੋਹਰ ਸਿੰਘ ਅੱਜ ਸ਼ਾਮੀ ਆਏਗਾ। ਤੁਸੀਂ ਉਹਨੂੰ ਵੇਖ ਕੇ ਖੁਸ਼ ਹੋਗੇ। ਪਰ ਜਿੰਨੇ ਤਸੱਲੀ ਭਰੇ ਦੋਵੇਂ ਬੰਦੋਬਸਤ ਸਨ, ਉਨੇ ਹੀ ਇਹਨਾਂ ਬਾਰੇ ਦੋਵੇਂ ਨਿਰਾਸ਼ ਸਨ। ਲੱਖਣੀ ਇਸ ਲਈ ਕਿ ਲਿਖਾਰੀ ਨੂੰ ਸਿਰਫ ਘਰ ਦੇ ਵਿਗੋਚੇ ਦਾ ਖਿਆਲ ਆਇਆ। ਲਿਖਾਰੀ ਇਸ ਲਈ ਕਿ ਲੱਖਣੀ ਪੱਕਾ ਨਿਰਣਾ ਕਰਕੇ ਨੌਕਰੀ ਢੂੰਡਣ ਗਈ ਹੋਏਗੀ। ਇਸ ਬੇਸਿਰ ਬੇਪੈਰ ਦੁੱਖ ਦੇ ਅਸਰ ਹੇਠਾਂ ਜਿਹੜੀ ਗੱਲ ਵੀ ਦੋਹਾਂ ਨੇ ਰਾਤੀ ਕੀਤੀ ਉਹਨਾਂ ਨੂੰ ਮਨੋਰਥ ਤੋਂ ਦੂਰ ਹੀ ਖੜਦੀ ਰਹੀ।
ਇੱਕ ਸੁਖਾਵਾਂ ਸ਼ਬਦ ਸਾਥੀ ਦੇ ਮੂੰਹੋਂ ਕਢਵਾ ਸਕਣ ਦੀਆਂ ਕੋਸ਼ਿਸ਼ਾਂ ਵਿੱਚ ਦੋ ਅੱਤ ਕੋਮਲ ਮਨ ਚੂਰ ਹੋ ਗਏ ਤੇ ਉਹ ਸ਼ਬਦ ਦਿਲ ਦਰਿਆ ਦੀ ਤਹਿ 'ਚ ਕਿਤੇ ਪੱਥਰ ਬਣ ਕੇ ਬਹਿ ਗਿਆ। ਦੋ ਤਾਂਗ ਦੀਆਂ ਜਿੰਦਾਂ ਕੰਢੇ 'ਤੇ ਬੈਠੀਆਂ ਇੱਕ ਦੂਜੇ ਕੋਲੋਂ ਲੁਕਾ ਕੇ ਅੱਖਾਂ 'ਚੋਂ ਕੁਝ ਡੇਗਦੀਆਂ ਰਹੀਆਂ। ਦਿਨ ਚੜ੍ਹਿਆ, ਲੱਖਣੀ ਦੇ ਜਾਣ ਦੀ ਤਿਆਰੀ ਮੁਕੰਮਲ ਹੋ ਗਈ। ਦੋਹਾਂ ਦੀ ਹਰ ਅਦਾ ਇੱਕ ਦੂਜੇ ਤੋਂ ਸਦਕੇ ਹੋਣ ਦੀ ਗਵਾਹ ਸੀ। ਪਰ ਕੋਈ ਵੀ ਅਦਾ ਲੋੜੀਂਦੇ ਸ਼ਬਦ ਨੂੰ ਦਿਲੋਂ ਪੁੱਟ ਕੇ ਬੁੱਲ੍ਹਾਂ ਤੱਕ ਨਾ ਲਿਆ ਸਕੀ। ਸਟੇਸ਼ਨ 'ਤੇ ਅੱਪੜ ਗਏ। ਓੜਕ ਸੀਟੀ ਵੀ ਹੋ ਗਈ। ਬਾਹਾਂ ਆਪੇ ਗਲਾਂ 'ਚ ਪੈ ਗਈਆਂ। ਹੰਝੂ ਆਪੇ ਇੱਕ ਦੂਜੇ ਉੱਤੇ ਡੁੱਲ ਪਏ। ਗੋਲੇ ਕਿਸੇ ਨਾ ਪੂੰਝੇ ਕਿਸੇ ਨਾ ਬੇਹੱਦ ਕੋਮਲਤਾ ਦੀ ਇੱਕ ਸੂਰਤ ਖਿੜਕੀ ਤੋਂ ਬਾਹਰ ਲਮਕੀ ਰਹੀ। ਦੂਜੀ ਪਲੇਟਫਾਰਮ 'ਤੇ ਬੁੱਤ ਬਣੀ ਰਹੀ। ਮਾਸੀ ਬੜੀ ਖੁਸ਼ ਹੋਈ। ਲੱਖਣੀ ਨੇ 1300 ਰੁਪਈਆ ਮਾਸੀ ਨੂੰ ਦੇ ਦਿੱਤਾ। ਮਾਸੀ ਨੇ ਉਹਦੇ ਉਜਾੜੇ ਦਾ ਬਹੁਤ ਅਫਸੋਸ ਨਾ ਕੀਤਾ। ਉਹਦਾ ਵਸੇਬਾ ਉਹ ਸੋਚ ਲਿਆ ਸੀ। ਉਹਦੇ ਦਿਓਰ ਦੀ ਵਹੁਟੀ ਪਿਛਲੇ ਸਾਲ ਮਰ ਗਈ ਸੀ। ਦਿਓਰ ਕਿਸੇ ਹਿੰਦੂ ਹਾਈ ਸਕੂਲ ਦਾ ਹੈਡਮਾਸਟਰ ਸੀ। ਕਈ ਮਹੀਨੇ ਲੱਖਣੀ ਨੇ ਮਾਸੀ ਦੀ ਗੱਲ ਨਾ ਮੰਨੀ, ਪਰ ਓੜਕ ਵਿਆਹ ਬਾਝੋਂ ਇਸਤਰੀ ਲਈ ਕੋਈ ਰਾਹ ਨਾ ਵੇਖ ਕੇ ਮਾਸੀ ਦੀ ਰੋਜ਼ਾਨਾ ਦੀ ਰੱਟ ਤੋਂ ਖਲਾਸੀ ਪਾਉਣ ਲਈ ਉਹਨੇ ਹਾਂ ਕਰ ਦਿੱਤੀ। ਮਾਸਟਰ ਸਾਹਿਬ 100 ਸੈਂਕੜਿਆਂ ਨਾਲੋਂ ਚੰਗੇ ਸਨ, ਪਰ ਜਿਹਨੇ ਆਦਮੀਆਂ 'ਚੋਂ ਸ਼ਹਿਜ਼ਾਦੇ ਦੀ ਸਖਾਵਤ ਵੇਖੀ ਸੀ, ਉਹਨੂੰ ਮਿਣ ਤੋਲ ਕੇ ਗਿਣ ਗਿਣ ਕੇ ਲੈਣ ਦੇਣ ਵਾਲਾ ਰਿਸ਼ਤਾ ਕਿਸ ਤਰ੍ਹਾਂ ਭਰਪੂਰ ਕਰ ਸਕਦਾ ਸੀ। ਲੱਖਣੀ ਦੇ ਵਿਆਹ 'ਚ ਹਫ਼ਤਾ ਰਹਿ ਗਿਆ। ਦਿਲ 'ਚ ਖੋਹ ਅਸਹਿ ਹੋ ਗਈ। ਮਾਸੀ ਨੂੰ ਮਨਾ ਲਿਆ ਕਿ ਉਸ ਬਜ਼ੁਰਗ ਦੀ ਅਸੀਸ ਲੈਣ ਦਿੱਲੀ ਜਾਏਗੀ, ਜਿਸ ਨੇ ਉਹਨੂੰ ਬਚਾਇਆ ਹੀ ਨਹੀਂ, ਨਵਾਂ ਚਾਨਣ ਦਿੱਤਾ। ਮਾਸੀ ਨੇ ਕਿਸੇ ਨੂੰ ਨਾਲ ਘੱਲਣਾ ਚਾਹਿਆ, ਪਰ ਲੱਖਣੀ ਨੇ ਆਪਣੇ ਫੈਸਲਿਆਂ ਲਈ ਇੱਜ਼ਤ ਪੈਦਾ ਕਰ ਲਈ ਹੋਈ ਸੀ। ਨਾਲੇ ਉਹਦਾ 1300 ਰੁਪਈਆ ਮਾਸੀ ਕੋਲ ਪਿਆ ਸੀ। ਭਾਵੇਂ ਲੱਖਣੀ ਨੂੰ ਇਸ ਰੁਪਈਏ ਦਾ ਇਸ ਵੇਲੇ ਚਿੱਤ ਚੇਤਾ ਵੀ ਨਹੀਂ ਸੀ, ਤੇ ਜੇ ਲੋੜੀਂਦਾ ਲਫ਼ਜ਼ ਆਖਿਆ ਗਿਆ ਫਿਰ ਰੁਪਈਆਂ ਦੀ ਪਰਵਾਹ ਕਿਹਨੂੰ। ਅਨੋਖਾ ਲਿਖਾਰੀ ਉਹਦੇ ਲਈ ਕੀ ਨਹੀਂ ਸੀ ਕਰ ਸਕਦਾ। ਆਸ ਨਿਰਾਸ ਦੀਆਂ ਦੋ ਉਂਗਲਾਂ ਨੇ ਅਨੋਖ ਰਾਏ ਦੀ ਕੋਠੀ 'ਤੇ ਦਸਤਕ ਦਿੱਤੀ। ਇੱਕ ਬੜੀ ਸੋਹਣੀ ਪਹਾੜਨ ਇਸਤਰੀ ਨੇ ਬੂਹਾ ਖੋਲ੍ਹਿਆ। ਮਾਫ਼ ਕਰਨਾ, ਕੀ ਇਹ ਲਿਖਾਰੀ ਅਨੋਖ ਰਾਏ ਦਾ ਘਰ ਨਹੀਂ? ਲੱਖਣੀ ਦੇ ਖਿਆਲ ਦੀ ਲੋੜ ਪਹਾੜਨ ਨੂੰ ਵਹਿੰਦਿਆਂ ਸਾਰ ਟੁੱਟ ਗਈ। ਜੀ, ਉਹਨਾਂ ਦਾ ਹੀ। ਉਹ ਆਪ ਕਿੱਥੇ ਨੇ? ਰੋਜ਼ ਇਸ ਵੇਲੇ ਉਹ ਬਾਗੇ 'ਚ ਜਾਂਦੇ ਨੇ। ਕਦੋਂ ਆਉਣਗੇ? ਤਰਕਾਲਾਂ ਪਈਆਂ। ਲੱਖਣੀ ਚਾਹੁੰਦੀ ਸੀ ਪੁੱਛੇ ਉਹ ਇਸਤਰੀ ਕੌਣ ਸੀ, ਪਰ ਇਹ ਗੁਸਤਾਖੀ ਜਾਪੀ। ਨਾਲੇ ਉਹਨੂੰ ਜਾਪਿਆ ਲਿਖਾਰੀ ਦਾ ਘਰ ਜੀਕਰ ਉਹਦਾ ਖਿਆਲ ਸੀ ਖਾਲੀ ਨਹੀਂ ਸੀ। ਇੱਕਦਮ ਉਸ ਫੈਸਲਾ ਕਰ ਲਿਆ, ਜਿੱਥੇ ਇਹੋ ਜਿਹੀ ਪਿਆਰੀ ਇਸਤਰੀ ਰਹਿੰਦੀ ਹੈ ਉੱਥੇ ਉਹਦੀ ਹੁਣ ਕੋਈ ਲੋੜ ਨਹੀਂ। ਤੁਸੀਂ ਅੰਦਰ ਆ ਕੇ ਬਹਿ ਜਾਓ। ਨਹੀਂ, ਮੈਨੂੰ ਕਾਹਲ ਏ, ਮੈਂ ਗੱਡੀ ਚੜ੍ਹਨਾ। ਫਿਰ ਮੈਂ ਲਿਖਾਰੀ ਜੀ ਨੂੰ ਕੀ ਦੱਸਾਂ ਤੁਸੀਂ ਕਿੱਥੋਂ ਆਏ ਸੋ? ਬਸ ਜਿਹੋ ਜਿਹੀ ਮੈਂ ਤੁਹਾਨੂੰ ਦਿਸਣੀ ਆ ਉਹੋ ਜਿਹੀ ਦੱਸ ਦੇਣਾ, ਖਤ ਮੈਂ ਉਹਨਾਂ ਨੂੰ ਆਪੇ ਪਾਵਾਂਗੀ। ਦੂਜੀ ਭਲਕ ਲੱਖਣੀ ਕਾਨਪੁਰ ਪੁੱਜ ਗਈ। ਮਾਸੀ ਤੇ ਮਾਸਟਰ ਜੀ ਦੀ ਜਾਨ 'ਚ ਜਾਨ ਆਈ। ਲਿਖਾਰੀ ਦੇ ਘਰ 'ਚ ਸੋਹਣੀ ਇਸਤਰੀ ਨੌਕਰ ਮੋਹਰ ਸਿੰਘ ਦੀ ਵਹੁਟੀ ਸੀ। ਲੱਖਣੀ ਦੇ ਜਾਣ ਬਾਅਦ ਲਿਖਾਰੀ ਨੂੰ ਘਰ ਸੱਚਮੁੱਚ ਖਾਲੀ ਹੋ ਗਿਆ ਜਾਪਦਾ ਸੀ, ਤੇ ਬੇਬਲ ਹੋ ਕੇ ਉਹਨੇ ਇੱਕ ਦਿਨ ਮੋਹਰ ਸਿੰਘ ਨੂੰ ਕੁਝ ਆਖਿਆ ਸੀ। ਮੋਹਰ, ਮੈਂ ਖਾਲੀ ਘਰ 'ਚ ਕੁਝ ਨਹੀਂ ਲਿਖ ਸਕਦਾ। ਲੱਖਣੀ ਇਹਦੇ 'ਚੋਂ ਜਾਨ ਕੱਢ ਕੇ ਲੈ ਗਈ ਏ। ਤੂੰ ਆਪਣੀ ਵਹੁਟੀ ਨੂੰ ਲੈ ਆ, ਉਹਨੂੰ ਮੈਂ ਧੀ ਬਣਾਵਾਂਗਾ, ਉਹਦੇ ਬੱਚਿਆਂ ਨੂੰ ਮੈਂ ਆਪਣੇ ਬੱਚੇ ਬਣਾਵਾਂਗਾ। ਸ਼ਰਬਨੀ ਆ ਗਈ। ਲਿਖਾਰੀ ਦੇ ਧਿਆਨ ਨੇ ਸ਼ਰਬਨੀ ਦੇ ਜਮਾਂਦਰੂ ਸੋਹਣੇ ਨਕਸ਼ਾਂ ਉੱਤੇ ਸੋਹਣੀਆਂ ਨਵੀਆਂ ਰੀਝਾਂ ਦਾ ਨਵਾਂ ਹੁਸਨ ਖਿਲਾਰ ਦਿੱਤਾ। ਲਿਖਾਰੀ ਸ਼ਰਬਨੀ ਦੇ ਘਰ ਆਉਣ ਵਾਲੇ ਬਾਲ ਨੂੰ ਉਡੀਕ ਰਿਹਾ ਸੀ। ਫਿਰ ਵੀ ਉਹ ਕਈ ਵਾਰੀ ਇੱਕ ਕਮਰੇ ਦੀ ਇਕੱਲਤਾ 'ਚ ਪੁਕਾਰ ਉੱਠਦਾ, ਤੇਰੀ ਇਕੱਲੀ ਦੀ ਘਾਟ ਪੂਰੀ ਕਰਨ ਲਈ ਲੱਖਣੀਏ, ਇਹ ਮੇਰੇ ਸਾਰੇ ਤਰਲੇ ਨੇ। ਤੇ ਜਦੋਂ ਸ਼ਰਬਨੀ ਨੇ ਆਪਣੀ ਬੇਬਨਾਵਟ ਬੋਲੀ 'ਚ ਲੱਖਣੀ ਦਾ ਹੁਲੀਆ ਖਿੱਚਿਆ, ਨਰੋਈ, ਲੰਮੀ, ਸੱਚੀਆਂ ਅੱਖਾਂ, ਸਿਉਨੇ ਅਰਗਾ ਮੂੰਹ, ਜਿਹੋ ਜਿਹੀ ਮੈਂ ਅੱਗੇ ਕੋਈ ਨਹੀਂ ਵੇਖੀ। ਲਿਖਾਰੀ ਬੇਕਰਾਰ ਹੋ ਕੇ ਉਸ ਕਮਰੇ 'ਚ ਚਲਾ ਗਿਆ ਜਿਹਨੂੰ ਲੱਖਣੀ ਦਾ ਕਮਰਾ ਆਖ ਕੇ ਉਸ ਖਾਲੀ ਰੱਖਿਆ ਸੀ। ਉਹਦੇ ਖੱਤ ਦੀ ਉਡੀਕ ਰੋਜ਼ ਦਾ ਰੁਝੇਵਾਂ ਬਣ ਗਈ, ਤੇ ਜਦੋਂ ਉਡੀਕ ਪੂਰੀ ਹੋ ਗਈ ਤਾਂ ਉਸ ਖੱਤ ਨੂੰ ਰੋਜ਼ ਪੜ੍ਹਨਾ ਉਹਦਾ ਨੇਮ ਬਣ ਗਿਆ। ਮੇਰੇ ਸੁਪਨਿਆਂ ਦੇ ਚਿੱਤਰਕਾਰ। ਇੱਕ ਵਾਰੀ ਮੈਂ ਤਕਦੀਰ ਦਾ ਦਰ ਖੜਕਾਉਣ ਆਈ ਸਾਂ, ਪਰ ਕਿਹੋ ਜਿਹਾ ਦਿੱਖ ਸੰਗਲਾਂ ਨਾਲੇ ਬੰਦ ਕੀਤਾ ਗਿਆ। ਪਹਿਲਾਂ ਵੀ ਇੱਕ ਰਾਤ ਮੈਂ ਖੜਕਾਇਆ ਸੀ, ਜਵਾਬ ਨਹੀਂ ਸੀ ਮਿਲਿਆ। ਜਿਸ ਰਾਤ ਤੁਸੀਂ ਕਮਰੇ 'ਚ ਆਏ ਸੋ, ਕਦੇ ਉਦੋਂ ਮੇਰੇ ਬੁੱਲ੍ਹ ਖੁੱਲ੍ਹ ਜਾਂਦੇ। ਤੁਸੀਂ ਚਲੇ ਗਏ, ਸ਼ਾਇਦ ਫੇਰ ਆਓ। ਮੈਂ ਚਿਟਕਣੀ ਨਾ ਲਾਈ, ਪਰ ਤੁਸੀਂ ਨਾ ਆਏ। ਮਨਾ, ਤੂੰ ਹੀ ਦਲੇਰੀ ਕਰ। ਮੈਂ ਤੁਹਾਡੇ ਕਮਰੇ 'ਚ ਗਈ, ਤੁਸੀਂ ਗੁਸਲਖਾਨੇ 'ਚ ਹੋਵੋਗੇ। ਮੈਂ ਉਡੀਕਿਆ, ਤੁਸੀਂ ਨਾ ਆਏ। ਅੱਧਾ ਬੂਹਾ ਮੈਂ ਖੁੱਲ੍ਹਾ ਛੱਡ ਆਈ। ਸ਼ਾਇਦ ਤੁਸੀਂ ਸੋਚੋ, ਪਰ ਤਕਦੀਰ ਜਾਪਦਾ ਸਾਡੀਆਂ ਸੋਚਾਂ ਦੇ ਉੱਤੇ ਫਸੱਕਾ ਮਾਰ ਕੇ ਬਹਿ ਗਈ ਹੈ। ਕਾਨਪੁਰ ਤੋਂ ਆ ਕੇ ਮੈਂ ਕਈ ਸੋਚਾਂ ਸੋਚੀਆਂ, ਪੁੱਜੀ ਕਿਧਰੇ ਵੀ ਨਾ। ਓੜਕ ਬੇਖਾਹਿਸ਼ ਹੋ ਗਈ। ਜੋ ਮਾਸੀ ਨੇ ਆਖਿਆ ਮੰਨ ਲਿਆ, ਪਰ ਵਿਆਹ ਤੋਂ ਹਫ਼ਤਾ ਪਹਿਲਾਂ ਦਿਲ ਉੱਡ ਉੱਡ ਤੁਹਾਡੇ ਕੋਲ ਧਾਵੇ।
ਸੋ ਮੈਂ ਤੁਰ ਗਈ, ਸਾਰੇ ਸੰਗਲ ਤੋੜ ਤਾੜ ਕੇ ਤੁਰੀ, ਸਭ ਕੁਝ ਕਰਨ ਤੇ ਸਭ ਕੁਝ ਆਖਣ ਲਈ ਆਈ। ਐਤਕੀਂ ਦਰ 'ਤੇ ਹੱਥ ਜ਼ੋਰ ਨਾਲ ਮਾਰਿਆ, ਉਹ ਖੁੱਲ੍ਹ ਵੀ ਗਿਆ, ਪਰ ਅੰਦਰ ਮੱਲਿਆ ਹੋਇਆ ਸੀ। ਮੈਥੋਂ 100 ਦਰਜੇ ਚੰਗੇਰੀ ਇਸਤਰੀ ਦਾ ਤੁਹਾਡੇ ਘਰ 'ਚ ਪ੍ਰਵੇਸ਼ ਹੈ। ਤੁਹਾਡੇ ਵੱਲੋਂ ਨਿਸ਼ਚਿੰਤ, ਆਪਣੇ ਵੱਲੋਂ ਨਿਰਾਸ ਮੈਂ ਮੁੜ ਆਈ। ਇਹ ਖੱਤ ਮੈਂ ਆਪਣੇ ਨਵੇਂ ਸੁਹਾਗ ਦੇ ਬਿਸਤਰੇ ਤੋਂ ਲਿਖ ਰਹੀ ਹਾਂ। ਮੇਰੇ ਸੁਹਾਗ ਨੇ ਦਿਨੇ ਪਰਚੇ ਵੇਖਣੇ ਸੀ, ਉਹ ਸੌਂ ਗਏ ਨੇ, ਅਤੇ ਮੈਂ ਆਪਣੇ ਭੁੱਲ ਸ਼ਹਿਨਸ਼ਾਹ ਨੂੰ ਇੱਕ ਖੱਤ ਲਿਖ ਰਹੀ ਹਾਂ, ਜਿਸ ਨੇ ਮੈਨੂੰ ਹਰ ਤਕਦੀਰ ਨਾਲੋਂ ਤਕੜਿਆਂ ਕਰਕੇ ਹਰ ਬਰਬਾਦੀ ਨੂੰ ਉਸਾਰੀ ਦਾ ਕਲਵਲ ਸਮਝਾ ਦਿੱਤਾ ਹੈ। ਇਸ ਆਪਣੇ ਦਿਲ ਦੇ ਰਾਣੇ ਨੂੰ ਕਹਿਣਾ ਚਾਹੁੰਦੀ ਹਾਂ, ਜਿਸ ਉਸਾਰੀ ਦੀ ਤੜਪਣ ਉਹਨਾਂ ਦੀ ਕਲਮ 'ਚ ਹੈ, ਉਸ ਉਸਾਰੀ ਲਈ ਨਿੱਜੀ ਰੰਜਾਂ ਖੁਸ਼ੀਆਂ ਦੇ ਹੁੰਦਿਆਂ ਬੜੀ ਮਿਹਨਤ ਨਾਲ ਜਿਉਣਾ ਮੇਰੀ ਲਗਨ ਰਹੇਗੀ, ਅਤੇ ਆਪਣੇ ਰਾਣੇ ਨਾਲ ਮਿਲਣਾ ਮੇਰੀ ਕਿਸਮਤ 'ਚ ਹੋਵੇ ਭਾਵੇਂ ਨਾ ਹੋਵੇ, ਉਹ ਮੇਰੀ ਜੀਵਨ ਰਾਗਣੀ ਦਾ ਸ਼ੁਰੂ ਤੇ ਅਖੀਰ ਰਹਿਣਗੇ, ਸਦਾ ਉਹਦੀ ਜਿਹਦੀ ਮੈਂ ਬਣ ਨਾ ਸਕੀ। ਲੱਖਣੀ। ਧੰਨਵਾਦ। ਸਮਾਪਤ।